आगे पढ़ते हैं जी। विच ऑफ द फॉलोइंग इज और आर यूनिक करैक्टरिस्टिक्स ऑफ इक्वेटोरियल फॉरेस्ट। दसो जी, इक्वेटोरियल जंगलों की गल हो रही है, उन्होंने कुछ की गुण लक्षण है जी। इक्वेटोरियल फॉरेस्ट उत्ते बार बार प्रश्न आ रहा। करैक्ट आंसर चकना आपां जी। प्रेजेंस ऑफ टॉल क्लोजली सैट ट्रीज, लंबे लंबे लागे लागे दरख्त आ जी। विद क्रोन्स फॉर्मिंग ए कॉन्टीन्यूअस कैनोपी, ते उन्हां दा जिहड़ा उपरला घेरा आ, टाहनियां वगैरह वो भी काफ़ी एक दूसरे नाल जुड़ियां आ, संघणे आ, ते एक हिसाब नाल दूरों की लगदा आ अलग अलग पेड़ नहीं लगदे, वो काफ़ी एक सार जे पेड़ लगदे आ, संघणे जे। उत्ते की आ आपां पूरा टहनियां पत्ते कट्ठियां कट्ठियां संघणियां हुंदियां। ये गल सही है जी, इस तरह ही हुंदा। को एग्जिस्टेंस ऑफ ए लार्ज नंबर ऑफ स्पीसीज, किन्नी प्रकार के स्पीसीज उत्थे रहिंदे आ, कई पेड़ पौधों के, कई जानवरों के, ये भी गल आ जी। संघने जंगल हुंदे आ ये। प्रेजेंस ऑफ न्यूमरस वैरायटीज ऑफ एफीफाइट्स, एफीफाइट्स भी उत्थे काफ़ी हुंदे आ। एफीफाइट की हुंदा जी? अजिहे प्लांट ਜਿਹੜੇ दूसरे प्लांट के उत्ते ग्रो कर जाते हैं। ये भी पॉइंट सही है जी, डी आंसर आ। देख लो एफीफाइट की हुंदा, एक प्लांट आ, ਉਹਦੇ ਵਿੱਚ ਇੱਥੇ ਕਿਤੇ थोड़ा ਜਿਹਾ ਏਰੀਆ ਮਿਲਿਆ ਜਿੱਥੇ ਕੁਝ ਮਿੱਟੀ ਕੱਟਾ ਜੰਮ ਗਿਆ, ਤਾਂ ਫਿਰ ਕੋਈ ਨਾ ਕੋਈ ਪਲਾਂਟ ਦਾ ਕਣ ਇੱਥੇ ਅੰकुरित हो गया ਤੇ दूसरा प्लांट पहले प्लांट के उत्ते उग गया। अगला प्रश्न, द एनुअल रेंज ऑफ टेंपरेचर in the interior of the continents is high as compared to coastal areas। ਇਹਦਾ ਕੀ ਰੀਜ਼ਨ ਹੈ ਜੀ? ਆ ਦੇਖੋ, ਮੰਨ ਲਓ ਆ ਹੈਗਾ ਜੀ ਲੈਂਡ ਮਾਸ, ਆ ਹੈਗਾ ਜੀ ਸਮੁੰਦਰ। ਹੁਣ ਕੰਢੇ ਤੇ ਜਿਹੜਾ ਟੈਂਪਰੇਚਰ ਆ ਉਹ ਕੌਂਸਟੈਂਟ ਜਿਹਾ ਰਹਿੰਦਾ ਆ, ਨਾ ਜ਼ਿਆਦਾ ਗਰਮੀਆਂ ਗਰਮ, ਨਾ ਜ਼ਿਆਦਾ ਸਰਦੀਆਂ ਠੰਡੀਆਂ। ਪਰ ਜਿਹੜਾ ਲੈਂਡ ਮਾਸ ਹੁੰਦਾ ਆ ਅੰਦਰ, ਉਹ ਸਰਦੀਆਂ ਵਿੱਚ ਜ਼ਿਆਦਾ ਠੰਡਾ ਹੋ ਜਾਂਦਾ, ਗਰਮੀਆਂ ਵਿੱਚ ਜ਼ਿਆਦਾ ਗਰਮ ਹੋ ਜਾਂਦਾ। ਇਹਦਾ ਕਾਰਨ ਪੁੱਛਿਆ ਜੀ। ਥਰਮਲ ਡਿਫਰੈਂਸ ਬਿਟਵੀਨ ਲੈਂਡ ਐਂਡ ਵਾਟਰ, ਇਹ ਗੱਲ ਹੈਗੀ ਆ ਜੀ। ਪਾਣੀ ਆ ਜਿਹੜਾ ਉਹ ਉਹਦੀ ਸਪੈਸੀਫਿਕ ਹੀਟ ਜ਼ਿਆਦਾ ਹੁੰਦੀ ਆ, ਭਾਵ 1 ਡਿਗਰੀ ਟੈਂਪਰੇਚਰ ਚੇਂਜ ਕਰਨ ਲਈ, ਵਧਾਉਣ ਲਈ ਜ਼ਿਆਦਾ ਅਮਾਊਂਟ ਆਫ એનર્ਜੀ ਹੀਟ ਚਾਹੀਦੀ ਆ। ਇਹ ਜਲਦੀ ਠੰਡਾ ਨਹੀਂ ਹੁੰਦਾ ਤੇ ਇਹ ਜਲਦੀ ਗਰਮ ਨਹੀਂ ਹੁੰਦਾ। ਇਸ ਕਰਕੇ ਕੋਸਟਲ ਏਰੀਆ ਤੇ ਇਹਦਾ ਪ੍ਰਭਾਵ ਹੁੰਦਾ ਪਾਣੀ ਦਾ, ਤੇ ਉੱਥੇ ਦਾ ਟੈਂਪਰੇਚਰ ਵੀ ਬਰਾਬਰ ਜਿਹਾ ਰਹਿੰਦਾ। ਲੈਂਡ ਬਾਰੇ ਇਹ ਗੱਲ ਨਹੀਂ ਹੁੰਦੀ, ਇਹ ਜਲਦੀ ਗਰਮ ਹੋ ਜਾਂਦੀ ਆ, ਇਹ ਜਲਦੀ ਠੰਡੀ ਵੀ ਹੋ ਜਾਂਦੀ ਆ। ਪਹਿਲਾ ਪੁਆਇੰਟ ਸਹੀ ਹੈ ਜੀ, ਪਹਿਲਾ ਪੁਆਇੰਟ ਮੇਨ ਕਾਰਨ ਆ ਜੀ। ਵੇਰੀਏਸ਼ਨ ਇਨ ਆਲਟੀਟਿਊਡ ਬਿਟਵੀਨ ਕੌਂਟੀਨੈਂਟਸ ਐਂਡ ਓਸ਼ੀਅਨ, ਆਲਟੀਟਿਊਡ ਦਾ ਕੋਈ ਇੰਨਾ ਨਹੀਂ ਰੋਲ ਜੀ, ਠੀਕ ਹੈ ਜੀ। ਦੂਸਰਾ ਚੱਕੋ ਪ੍ਰੈਜ਼ੈਂਸ, ਦੂਸਰਾ ਚੱਕਰ ਨਾਲ ਸਿੱਧਾ ਹੀ ਆਂਸਰ ਆ ਜਾਂਦਾ ਜੀ, ਪਹਿਲਾ ਓਨਲੀ। ਵੈਸੇ ਵੀ ਪਹਿਲਾ ਓਨਲੀ ਹੀ ਆਂਸਰ ਆ। ਪ੍ਰੈਜ਼ੈਂਸ ਆਫ ਸਟਰੋਂਗ ਵਾਈਂਡਸ ਇਨ ਦਾ ਇੰਟੀਰੀਅਰ, ਇਹ ਵੀ ਕੋਈ ਕਾਰਨ ਨਹੀਂ ਜੀ। ਵੈਸੇ ਵੀ ਸਟਰੋਂਗ ਵਾਈਂਡਸ ਕੋਸਟ ਤੇ ਜ਼ਿਆਦਾ ਹੁੰਦੀ ਆ, ਇੰਟੀਰੀਅਰ ਤੇ ਨਹੀਂ। ਹੈਵੀ ਰੇਨਸ ਇਨ ਦਾ ਇੰਟੀਰੀਅਰ ਐਜ਼ ਕੰਪੇਅਰ ਟੂ ਕੋਸਟ, ਇਹ ਵੀ ਕੋਈ ਗੱਲ ਨਹੀਂ ਹੈ ਜੀ। ਕੋਸਟ ਤੇ ਵੀ ਕਾਫੀ ਮੀਂਹ ਪੈਂਦਾ ਆ, ਪਰ ਇਹ ਕੋਈ ਕਾਰਨ ਨਹੀਂ ਹੈ। ਮੇਨ ਕਾਰਨ ਆ ਜਾਂਦਾ ਸਾਡਾ ਆਂਸਰ 1 ਓਨਲੀ। ਕਲਾਈਮੇਟ ਇਜ਼ ਐਕਸਟ੍ਰੀਮ, ਹੁਣ ਇੱਕ ਏਰੀਏ ਦੀ ਗੱਲ ਹੋਈ ਹੈ ਜੀ, ਵੀ ਉੱਥੇ ਜਿਹੜਾ ਕਲਾਈਮੇਟ ਆ ਕਾਫੀ ਐਕਸਟ੍ਰੀਮ ਆ, ਉੱਥੇ ਰਹਿਣਾ ਇੰਨਾ ਆਸਾਨ ਨਹੀਂ। ਜਾਂ ਤਾਂ ਉੱਥੇ ਬਹੁਤ ਗਰਮੀ ਆ, ਜਾਂ ਤਾਂ ਉੱਥੇ ਬਹੁਤ ਠੰਡ ਆ ਜੀ, ਠੰਡ ਐਕਸਟ੍ਰੀਮ ਆ ਕਲਾਈਮੇਟ। ਰੇਨਫਾਲ ਇਜ਼ ਸਕੈਂਟੀ, ਮੀਂਹ ਕਦੀ ਕਦੀ ਪੈਂਦਾ। ਐਂਡ ਦਾ ਪੀਪਲ ਯੂਜ਼ ਟੂ ਬੀ ਨੋਮੈਡਿਕ ਹੰਟਰਸ, ਤੇ ਜਨਤਾ ਉੱਥੇ ਕੀ ਕਰਦੀ ਆ, ਆਮ ਤੌਰ ਤੇ ਖੇਤੀਬਾੜੀ ਨਹੀਂ ਕਰਦੀ, ਉਹ ਭੇਡ ਬੱਕਰੀਆਂ ਵਗੈਰਾ ਨਾ ਪਾਲਦੀ ਆ, ਤੇ ਇਹਨਾਂ ਨੂੰ ਹੀ ਹਰਡ ਕਰਦੀ ਆ ਜੀ, ਇਹਨਾਂ ਨੂੰ ਹੀ ਇੱਕ ਥਾਂ ਤੋਂ ਦੂਜੀ ਥਾਂ ਚਾਰਾ ਚਰਾਉਣ ਲਈ ਲੈ ਕੇ ਜਾਂਦੇ ਆ। The above statement best describes which of the following regions, ਦੱਸੋ ਜੀ ਇਹ ਕਿਹੜੇ ਰੀਜਨ ਦੀ ਗੱਲ ਹੋ ਰਹੀ ਆ? ਅਫਰੀਕਨ ਸਵਾਨਾ, ਸੈਂਟਰਲ ਏਸ਼ੀਅਨ ਸਟੈਪੀ, ਨਾਰਥ ਅਮਰੀਕਨ ਪ੍ਰੈਰੀ, ਸਾਈਬੇਰੀਅਨ ਟੁੰਡਰਾ। ਦੇਖੋ ਜੀ, ਜੇ ਆਪਾਂ ਕਹੀਏ ਟੁੰਡਰਾ ਦੀ ਗੱਲ, ਟੁੰਡਰਾ ਵਿੱਚ ਰੇਨਫਾਲ ਸਕੈਂਟੀ ਹੈ, ਠੀਕ ਹੈ ਜੀ, ਕਲਾਈਮੇਟ ਵੀ ਐਕਸਟ੍ਰੀਮ ਆ। ਕੀ ਉੱਥੋਂ ਦੇ ਲੋਕ ਨੋਮੈਡਿਕ ਹਰਡਰ ਆ? ਇੰਨਾ ਉੱਥੇ ਬਰਫ਼ ਜੰਮੀ ਰਹਿੰਦੀ ਆ ਕਿ ਉਹ ਵਿਚਾਰੇ ਕਿੱਥੇ ਲੈ ਕੇ ਜਾਣ, ਇੰਨੇ ਨੋਮੈਡਿਕ ਹਰਡਰ ਨਹੀਂ ਹੁੰਦੇ ਉੱਥੇ। ਇਹ ਆਂਸਰ ਹੈ ਜੀ ਸੈਂਟਰਲ ਏਸ਼ੀਅਨ ਸਟੈਪੀ, ਸੈਂਟਰਲ ਏਸ਼ੀਅਨ ਦਾ ਸਟੈਪੀ ਰੀਜਨ ਆ। ਆਹ ਦੇਖੋ ਜੀ, ਆਹ ਵਾਲਾ ਰੀਜਨ
ਸੈਂਟਰਲ ਏਸ਼ੀਅਨ ਸਟੈਪੀ। ਠੀਕ ਹੈ ਜੀ। ਇਹ ਕਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਤੇ ਮੰਗੋਲੀਆ ਦੇ ਵਿੱਚ ਫੈਲਿਆ ਹੋਇਆ ਆ। ਇੱਥੋਂ ਦਾ ਕਲਾਈਮੇਟ ਕੀ ਆ, ਹਾਰਸ਼ ਆ ਤੇ ਧੂਲ ਭੜੀਆਂ ਆਂਦੀਆਂ ਚੱਲਦੀਆਂ ਜੀ, ਡਸਟ ਸਟੋਰਮ ਚੱਲਦੇ ਆ। ਲਿਟਲ ਟੂ ਨੋ ਰੇਨਫਾਲ, ਰੇਨਫਾਲ ਵੀ ਬਹੁਤ ਘੱਟ ਹੁੰਦੀ ਆ। ਟੈਂਪਰੇਚਰ ਰੇਂਜਿੰਗ ਫਰੋਮ -4 to 50 ਡਿਗਰੀ ਸੈਲਸੀਅਸ ਐਂਡ ਦ ਗ੍ਰਾਸਲੈਂਡ ਵਿਦ ਸਮ ਸੈਮੀ ਡੈਜ਼ਰਟ, ਕਿਤੇ ਕਿਤੇ ਥੋੜ੍ਹੇ ਘਾਹ ਵੀ ਆ, ਪਰ ਆਮ ਤੌਰ 'ਤੇ ਇਹ ਕੀ ਆ, ਸੈਮੀ ਡੈਜ਼ਰਟ ਆ। ਪੂਰਾ ਡੈਜ਼ਰਟ ਨਹੀਂ, ਪਰ ਹਾਂ ਡੈਜ਼ਰਟ ਲਾਈਕ ਕੰਡੀਸ਼ਨਸ ਹੈ। ਅਤੇ ਜਿਉਂ ਅਸੀਂ ਸਾਊਥ ਵੱਲ ਨੂੰ ਜਾਵਾਂਗੇ ਤਾਂ ਜ਼ਿਆਦਾ ਡਰਾਈ ਹੋ ਜਾਂਦਾ ਜੀ। ਇਹ ਕੀ ਹੈ ਜੀ, ਸੈਂਟਰਲ ਏਸ਼ੀਅਨ ਸਟੈਪੀ। ਬੀ ਆਨਸਰ ਹੈ ਜੀ। Which of the following phenomena might have influenced the evolution of organisms? ਦੱਸੋ ਜੀ, ਆਰਗੈਨਿਜ਼ਮ ਦੀ ਐਵੋਲੂਸ਼ਨ ਵਿੱਚ ਕਿਹੜੇ ਕਿਹੜੇ ਫਿਨੋਮੀਨਾ ਦਾ ਰੋਲ ਰਿਹਾ ਹੋਏਗਾ? ਦੋ ਫਿਨੋਮੀਨਾ ਦੱਸੇ ਆ ਜੀ। ਕੌਂਟੀਨੈਂਟਲ ਡ੍ਰਿਫਟ, ਡੈਫੀਨੇਟ ਗੱਲ ਆ ਜੀ। ਜਿਉਂ ਸਾਡੇ ਜਿਹੜੇ ਕੌਂਟੀਨੈਂਟਲ ਡ੍ਰਿਫਟ ਹੋਏ ਆ ਜੀ, ਪਹਿਲਾਂ ਵੱਡਾ ਪੈਂਜੀਆ ਸੀ, ਫਿਰ ਲੌਰੇਸ਼ੀਆ ਅਤੇ ਗੋਂਡਵਾਨਾ ਲੈਂਡ ਬਣਿਆ ਉਹਨੂੰ ਟੁੱਟ ਕੇ, ਅਤੇ ਇਹ ਕੌਂਟੀਨੈਂਟਲ ਡ੍ਰਿਫਟ ਨਾਲ ਕੀ ਆ, ਲਾਈਫ ਉੱਤੇ ਇਫੈਕਟ ਪਿਆ। ਠੀਕ ਹੈ ਨਾ, ਵਾਤਾਵਰਨ ਚੇਂਜ ਹੋਇਆ। ਗਲੇਸ਼ੀਅਲ ਸਾਈਕਲਸ, ਗਲੇਸ਼ੀਅਲ ਸਾਈਕਲ ਕੀ ਹੁੰਦੇ ਆ, ਆਈਸ ਏਜ ਆ ਗਈ, ਫਿਰ ਹਟ ਗਈ, ਫਿਰ ਆਈਸ ਏਜ ਆ ਗਈ। ਇਹ ਜਿਹੜੇ ਗਲੇਸ਼ੀਅਲ ਸਾਈਕਲ ਆ ਉਹਦਾ ਵੀ ਫਰਕ ਪੈਂਦਾ। ਉਹਦੇ ਨਾਲ ਵੀ ਕੀ ਆ, ਜੇ ਮੰਨ ਲਓ ਆਈਸ ਏਜ ਆ ਗਈ ਤਾਂ ਉਹ ਜਾਨਵਰ ਜਿਹੜੇ ਕਿ ਬਰਫ਼ 'ਚ ਰਹਿ ਸਕਦੇ ਸੀ, ਬਰਫੀਲੇ ਵਾਤਾਵਰਨ ਵਿੱਚ, ਉਹਨਾਂ ਦੀ ਉਹ ਸਰਵਾਈਵ ਕਰ ਗਏ ਜੀ। ਜਾਂ ਦੂਸਰੇ ਸ਼ਬਦਾਂ 'ਚ ਕਹਿ ਲਈਏ ਕਿ ਹੌਲੀ ਹੌਲੀ ਜੀਵ ਜੰਤੂਆਂ ਨੇ ਆਪਣੇ ਆਪ ਨੂੰ ਢਾਲ ਲਿਆ ਠੰਡ ਵਾਲੇ ਮੌਸਮ ਦੇ ਪ੍ਰਤੀ। ਇਹ ਵੀ ਗੱਲ ਹੈ। ਆਨਸਰ ਦੋਨੋਂ ਸਹੀ ਹੈ ਜੀ, ਕਰੈਕਟ ਚੱਕਣਾ ਆਪਾਂ, ਆਨਸਰ ਦੋਨੋਂ ਸਹੀ ਹੈ। ਥੋੜ੍ਹਾ ਪੜ੍ਹ ਲਈਏ। Continental drift has affected the evolution of animals, the world's geographical positions and the world's climate. Continental drift ਨਾਲ ਕੀ ਆ, ਜੋਗਰਾਫੀ ਵਿੱਚ ਚੇਂਜਸ ਆਈਆਂ, ਭੂਗੋਲਿਕ ਬਣਤਰ ਵਿੱਚ ਚੇਂਜਸ ਆਈਆਂ, ਕਲਾਈਮੇਟ ਵਿੱਚ ਚੇਂਜ ਆਈ, ਤਾਂ ਉਸ ਹਿਸਾਬ ਨਾਲ ਐਵੋਲੂਸ਼ਨ ਆਫ ਐਨੀਮਲਸ ਵਿੱਚ ਵੀ ਚੇਂਜਸ ਆਈਆਂ। ਐਨੀਮਲਸ ਦੀ ਵੀ ਉਸ ਹਿਸਾਬ ਨਾਲ ਐਵੋਲੂਸ਼ਨ ਹੋਈ। ਦ ਸਪਲਿਟ ਆਫ ਦ ਓਰੀਜਨਲ ਸੁਪਰ ਲੈਂਡ ਮਾਸ ਪੈਂਜੀਆ, ਪਹਿਲਾਂ ਕੀ ਸੀ, ਇਹ ਮੰਨਿਆ ਜਾਂਦਾ ਕਿ ਧਰਤੀ ਵਿੱਚ ਇੱਕ ਲੈਂਡ ਮਾਸ ਆ ਪੈਂਜੀਆ, ਉਹ ਟੁੱਟ ਗਿਆ, ਦੋ ਬਣ ਗਏ ਜੀ, ਗੋਂਡਵਾਨਾ ਲੈਂਡ ਤੇ ਲੌਰੇਸ਼ੀਆ। ਠੀਕ ਹੈ ਜੀ। ਤਾਂ ਹੁਣ ਜਿਹੜਾ ਉੱਤਰ ਵੱਲ ਨੂੰ ਗਿਆ ਉਹ ਸੀ ਲੌਰੇਸ਼ੀਆ, ਸਾਊਥ ਵੱਲ ਨੂੰ ਜਿਹੜਾ ਚਲਾ ਗਿਆ, ਸਾਊਥ ਵਾਲਾ ਪੋਰਸ਼ਨ, ਉਹ ਸੀ ਗੋਂਡਵਾਨਾ ਲੈਂਡ। ਤੇ ਇਹਨਾਂ ਦਾ ਫਿਰ ਕੀ ਆ, ਆਪਣਾ ਆਪਣਾ ਕਲਾਈਮੇਟ ਬਣ ਗਿਆ ਜੀ ਏਰੀਏ ਦੇ ਹਿਸਾਬ ਨਾਲ। ਉਸ ਹਿਸਾਬ ਨਾਲ ਫਿਰ ਇੱਥੇ ਜੀਵ ਜੰਤੂ ਪੈਦਾ ਹੋ ਗਏ। The rearrangement and displacement of huge land masses has helped to create the diversity which we see in modern day species. ਠੀਕ ਹੈ ਨਾ, ਇਸ ਚੇਂਜਸ ਨਾਲ ਕੀ ਹੋਇਆ, ਡਾਇਵਰਸਿਟੀ ਪੈਦਾ ਹੋ ਗਈ ਜੀ, ਵਿਭਿੰਨਤਾ ਪੈਦਾ ਹੋਈ। The final stages of evolution of genus Homo occurs in the last 3 glacial cycles. ਤਾਂ glacial cycles ਦਾ ਆਪਣਾ ਰੋਲ ਆ ਜੀ ਆਪਣੇ ਆਰਗੈਨਿਜ਼ਮਸ ਦੀ ਐਵੋਲੂਸ਼ਨ ਵਿੱਚ। ਠੀਕ ਹੈ। Consider the following statements. ਸਟੇਟਮੈਂਟਾਂ ਦਿੱਤੀਆਂ ਜੀ। The winds which blow between 30 degree north and 60 degree south. ਆਹ ਪੁਆਇੰਟ ਨੋਟ ਕਰਨਾ ਤੁਸੀਂ, ਇੱਥੇ 60 degree north ਨਹੀਂ ਲਿਖਿਆ, ਸਾਊਥ ਲਿਖਿਆ ਆ। Latitude throughout the year are known as westerlies. ਦੇਖਦੇ ਹਾਂ ਜੀ, ਆਹ ਦੇਖੋ ਫੋਟੋ, ਆਹ ਫੋਟੋ ਫਿਰ ਦੇਖੋ। ਜੇ ਤਾਂ ਹੁੰਦਾ 30 ਡਿਗਰੀ ਨਾਰਥ ਤੋਂ 60 ਡਿਗਰੀ ਸਾਊਥ ਤੱਕ, ਉਹਨੂੰ ਕਹਿੰਦੇ ਵੈਸਟਰਲੀ, ਫਿਰ ਗੱਲ ਸਹੀ ਹੋਣੀ ਸੀ। ਪਰ ਕਿਆ ਹੈ 30 ਡਿਗਰੀ, ਮਤਲਬ 30 ਡਿਗਰੀ ਨਾਰਥ, 60 ਡਿਗਰੀ ਨਾਰਥ ਨਹੀਂ, 30 ਡਿਗਰੀ ਨਾਰਥ ਤੋਂ 60 ਡਿਗਰੀ ਸਾਊਥ ਤੱਕ ਭੁਲੇਖਾ ਪਾਤਾ ਇੱਥੇ। ਜਲਦੀ ਇਹਨੂੰ ਟਿਕ ਨਾ ਕਰ ਦਿਓ, ਇੱਥੇ ਸਾਊਥ ਆ ਕਿ ਉਸ ਵਿੱਚ ਜਿਹੜੀਆਂ ਹਵਾਵਾਂ ਆ ਉਹਨੂੰ ਵੈਸਟਰਲੀ ਕਹਿੰਦੇ, ਨਹੀਂ ਜੀ, ਉਸ ਵਿੱਚ ਤਾਂ ਕਈ ਤਰ੍ਹਾਂ ਦੀਆਂ ਹਵਾਵਾਂ ਆ। ਇੱਥੇ ਇੱਕ ਪੋਰਸ਼ਨ ਨੂੰ ਕਹਿੰਦੇ ਈਸਟਰਲੀ, ਇੱਥੇ ਵੀ ਈਸਟਰਲੀ, ਇੱਥੇ ਵੈਸਟਰਲੀ। ਠੀਕ ਹੈ ਜੀ। ਇਸ ਕਰਕੇ ਪਹਿਲਾ ਪੁਆਇੰਟ ਹੋ ਗਿਆ ਗਲਤ, ਚੱਕ ਦੋ ਜੀ, ਗਲਤ। The moist air masses that cause winter rains in northwestern region of India are part of westerlies. ਜਦੋਂ ਭਾਰਤ ਵਿੱਚ ਸਰਦੀਆਂ ਦੇ ਮੌਸਮ 'ਚ ਮੀਂਹ ਪੈਂਦਾ, ਅਸੀਂ ਕਹਿੰਦੇ ਕਿ ਨਾਰਥ ਵੈਸਟਰਨ ਰੀਜਨ ਤੋਂ ਏਅਰ ਆਈ ਆ, ਆਪਣੇ ਅੰਦਰ ਮੋਇਸਚਰ ਲੈ ਕੇ ਆਈ ਆ, ਤਾਂ ਉਹ ਵੈਸਟਰਲੀ ਦਾ ਪਾਰਟ ਆ ਜੀ। ਗੱਲ ਸਹੀ ਹੈ ਜੀ, ਇਹ ਵੈਸਟਰਲੀ ਦਾ ਪਾਰਟ ਆ। ਜਿਹੜੀਆਂ ਪੱਛਮ ਤੋਂ ਆਉਂਦੀਆਂ ਹਵਾਵਾਂ ਆ ਉਹਦਾ ਪਾਰਟ ਹੁੰਦਾ ਜੀ ਨਾਰਥ ਵੈਸਟ ਤੋਂ ਆਇਆ ਹੋਇਆ ਸਰਦੀਆਂ ਵਿੱਚ ਮਾਨਸੂਨ, ਕਿੱਥੇ, ਇੰਡੀਆ ਵਿੱਚ।
ਅਸੀਂ ਪੜ੍ਹਿਆ ਕਿ ਵੈਸਟਰਲੀ ਦੇ ਪ੍ਰਭਾਵ ਸਦਕੇ ਉਹ ਇੰਡੀਆ ਵੱਲ ਨੂੰ ਮੂਵ ਕਰਦਾ ਜੀ। ਇੱਥੋਂ ਚੱਕਰਵਾਤ ਵਗੈਰਾ ਉੱਠਦੇ ਆ, ਉੱਧਰੋਂ ਮੈਡੀਟੇਰੀਅਨ ਸੀ ਵਗੈਰਾ ਤੋਂ, ਅਤੇ ਉਹ ਫਿਰ ਵੈਸਟਰਲੀ ਦੇ ਪ੍ਰਭਾਵ ਨਾਲ ਨਾਰਥ ਵੈਸਟ ਰੀਜਨ ਵਿੱਚ ਮੀਂਹ ਕਰਦੇ ਆ। ਕਦੋਂ? ਸਰਦੀਆਂ ਵਿੱਚ। ਇਹ ਦੂਜਾ ਪੁਆਇੰਟ ਸਹੀ ਹੈ ਜੀ, ਬੀ ਆਂਸਰ ਹੈ ਜੀ, ਕਰੈਕਟ ਚੱਕਣਾ ਆਪਾਂ। ਟਾਈਡਸ ਅਕਰ ਇਨ ਦਾ ਓਸ਼ੀਅਨਸ ਐਂਡ ਸੀਜ਼ ਡਿਊ ਟੂ ਵਿਚ ਅਮੰਗ ਦਾ ਫੋਲੋਇੰਗ। ਦੱਸੋ ਜੀ, ਸਮੁੰਦਰਾਂ ਵਿੱਚ ਜਵਾਰ ਭਾਟੇ ਕਿਉਂ ਆਉਂਦੇ ਆ? ਉਹਨਾਂ ਉੱਤੇ ਗ੍ਰੈਵੀਟੇਸ਼ਨਲ ਫੋਰਸ ਆਫ ਸਨ ਲੱਗਦੀ ਆ, ਸਹੀ ਹੈ ਜੀ। ਗ੍ਰੈਵੀਟੇਸ਼ਨਲ ਫੋਰਸ ਆਫ ਮੂਨ ਲੱਗਦੀ ਆ, ਸਹੀ ਹੈ ਜੀ। ਸੈਂਟਰੀਫਿਊਗਲ ਫੋਰਸ ਆਫ ਦਾ ਅਰਥ, ਇਹ ਵੀ ਗੱਲ ਸਹੀ ਆ। ਜਦੋਂ ਅਰਥ ਘੁੰਮਦੀ ਆ ਨਾ, ਤਾਂ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਧਾਗੇ ਨਾਲ ਕੋਈ ਪੱਥਰ ਜਾਂ ਕੁਛ ਚੀਜ਼ ਬੰਨ੍ਹ ਕੇ ਘੁਮਾਈਏ ਤਾਂ ਛੱਡੀਏ, ਉਹ ਬਾਹਰ ਨੂੰ ਜਾਂਦੀ ਆ। ਤਾਂ ਜਦੋਂ ਘੁੰਮਦਾ ਕੋਈ ਚੀਜ਼ ਘੁੰਮਦੀ ਤਾਂ ਬਾਹਰ ਨੂੰ ਫੋਰਸ ਲੱਗਦੀ ਆ, ਇਸੇ ਕਰਕੇ ਇੱਥੇ ਬਲਜ ਜਿਹਾ ਕ੍ਰੀਏਟ ਹੋ ਜਾਂਦਾ, ਬਲਜ। ਸੈਂਟਰੀਫਿਊਗਲ ਫੋਰਸ ਵੀ ਜਵਾਰ ਭਾਟੇ ਦੇ ਨਿਰਮਾਣ ਵਿੱਚ ਸਹਾਈ ਹੁੰਦੀ ਹੈ ਜੀ, ਟਾਈਡਸ ਫਾਰਮ ਕਰਦੀ ਆ। ਤਾਂ ਕਰੈਕਟ ਸਟੇਟਮੈਂਟ ਚੱਕਣੀ ਆ, ਆਂਸਰ ਆ ਜੀ ਤਿੰਨੋਂ ਸਹੀ। ਆਹ ਤੁਸੀਂ ਜ਼ਰੂਰ ਨੋਟ ਕਰਨਾ, ਕਰੈਕਟ ਪੁੱਛੀ ਆ ਕਿ ਅਨਕਰੈਕਟ। UPSC ਗੇਮ ਖੇਲ ਦਿੰਦਾ, ਤੁਸੀਂ ਥੋੜ੍ਹੀ ਜਿਹੀ ਗਲਤੀ ਕੀਤੀ ਨਹੀਂ ਤਾਂ 1000-1200 ਬੰਦਿਆਂ ਦਾ ਤੁਹਾਡਾ ਕੀ ਆ, ਉਹ ਤੁਹਾਡੇ ਤੋਂ ਅੱਗੇ ਨਿਕਲ ਜਾਣੇ, ਤੁਸੀਂ ਪਿੱਛੇ ਰਹਿ ਜਾਣਾ। ਛੋਟੀ ਜਿਹੀ ਵੀ ਗਲਤੀਆਂ ਨਹੀਂ ਕਰਨੀਆਂ ਜੀ, ਕਰੈਕਟ ਲੱਭਣਾ ਆਪਾਂ। ਈਚ ਡੇ ਇਜ਼ ਮੋਰ ਔਰ ਲੈਸ ਦਾ ਸੇਮ। ਆ ਕਿਸੇ ਏਰੀਏ ਦੀ ਗੱਲ ਕੀਤੀ ਗਈ ਆ ਕਿ ਹਰ ਰੋਜ਼ ਮੌਸਮ ਸੇਮ ਜਿਹਾ ਰਹਿੰਦਾ ਆ। ਦਾ ਮਾਰਨਿੰਗ ਇਜ਼ ਕਲੀਅਰ, ਸਵੇਰੇ ਸਵੇਰੇ ਵਾਤਾਵਰਨ ਸਾਫ਼ ਹੁੰਦਾ ਆ। ਐਂਡ ਬਰਾਈਟ ਵਿਦ ਏ ਸੀ ਬਰੀਜ਼, ਠੀਕ ਹੈ ਨਾ, ਸੂਰਜ ਦੀਆਂ ਕਿਰਨਾਂ ਪੈਂਦੀਆਂ ਆ ਸਾਫ਼, ਤੇ ਸਮੁੰਦਰ ਵੱਲੋਂ ਹਵਾਵਾਂ ਚੱਲਦੀਆਂ ਜੀ, ਸੀ ਬਰੀਜ਼ ਚੱਲਦੀ ਆ। ਐਜ਼ ਦਾ ਸਨ ਕਲਾਈਮਸ ਹਾਈ ਇਨ ਦਾ ਸਕਾਈ, ਜਿਉਂ-ਜਿਉਂ ਦੁਪਹਿਰ ਹੁੰਦੀ ਆ ਹੀਟ ਮਾਊਂਟਸ ਅਪ, ਤੇ ਗਰਮੀ ਹੋਣ ਲੱਗ ਜਾਂਦੀ ਆ। ਡਾਰਕ ਕਲਾਉਡਸ ਫਾਰਮ, ਬੱਦਲ ਬਣ ਜਾਂਦੇ ਆ। ਦੈਨ ਰੇਨ ਕਮਸ ਵਿਦ ਥੰਡਰ ਐਂਡ ਲਾਈਟਨਿੰਗ, ਠੀਕ ਹੈ ਜੀ, ਬੱਦਲ ਗਰਜਦੇ ਆ, ਬਿਜਲੀਆਂ ਚਮਕਦੀਆਂ, ਤੇ ਫਿਰ ਬਾਰਿਸ਼ ਹੁੰਦੀ ਆ। ਭਾਵ ਮੌਸਮ ਸੇਮ ਜਿਹਾ ਰਹਿੰਦਾ ਆ, ਸਵੇਰੇ ਸਾਫ਼ ਤੇ ਦੁਪਹਿਰੋਂ ਬਾਅਦ ਮੀਂਹ ਪੈਂਦਾ ਆ। ਬਟ ਰੇਨ ਇਜ਼ ਸੂਨ ਓਵਰ, ਕੁਝ ਸਮੇਂ ਲਈ ਮੀਂਹ ਪੈਂਦਾ ਪਰ ਜ਼ੋਰਦਾਰ ਪੈਂਦਾ, ਫਿਰ ਹਟ ਜਾਂਦਾ। ਦੱਸੋ ਜੀ, ਇਹ ਕਿਹੜੇ ਰੀਜਨ ਦੀ ਗੱਲ ਹੋ ਰਹੀ ਆ? ਆਪਾਂ ਕਨਫਿਊਜ਼ ਨਹੀਂ ਹੋਣਾ, ਇਹ ਸਿੰਪਲੀ ਹੈ ਜੀ, ਇਹ ਇਕੁਆਟੋਰੀਅਲ ਰੀਜਨ ਦੀ ਗੱਲ ਹੋ ਰਹੀ ਆ। ਇਹ ਪ੍ਰਸ਼ਨ ਪਹਿਲਾਂ ਵੀ ਆ ਚੁੱਕਾ ਕਿ ਦੁਪਹਿਰੋਂ ਬਾਅਦ ਮੀਂਹ ਪੈਂਦਾ, ਦੁਪਹਿਰ ਨੂੰ ਮੀਂਹ ਪੈਂਦਾ, ਸਵੇਰੇ ਸਾਫ਼ ਸੁਥਰਾ ਮੌਸਮ, ਤੇ ਟੈਂਪਰੇਚਰ ਵਗੈਰਾ ਜਾਂ ਵੈਸੇ ਕਹੀਏ ਕਿ ਸੇਮ ਜਿਹਾ ਰਹਿੰਦਾ ਰੋਜ਼ ਦਾ ਜੋ ਵੀ ਕਲਾਈਮੇਟ ਵਗੈਰਾ ਆ। ਇਹ ਹੈ ਜੀ ਇਕੁਆਟੋਰੀਅਲ ਰੀਜਨ। ਅੱਗੇ ਦੇਖੋ, ਇਨ ਦਾ ਸਾਊਥ ਅਟਲਾਂਟਿਕ ਐਂਡ ਸਾਊਥ ਈਸਟਰਨ ਪੈਸੀਫਿਕ ਰੀਜਨ ਇਨ ਟ੍ਰੋਪੀਕਲ ਲੈਟੀਟਿਊਡਸ ਸਾਈਕਲੋਨ ਡਜ਼ ਨਾਟ ਓਰੀਜਿਨੇਟ। ਦੱਸੋ ਜੀ ਇਹਦਾ ਕੀ ਕਾਰਨ ਆ? ਸਾਊਥ ਅਟਲਾਂਟਿਕ ਤੇ ਸਾਊਥ ਈਸਟਰਨ ਪੈਸੀਫਿਕ ਰੀਜਨ ਵਿੱਚ ਆਪਾਂ ਦੇਖ ਲਈਏ, ਆਹ ਦੇਖੋ ਵਰਲਡ ਮੈਪ ਆ, ਵਰਲਡ ਮੈਪ ਦੇ ਵਿੱਚ ਆ ਅਟਲਾਂਟਿਕ ਓਸ਼ੀਅਨ ਆ, ਅਟਲਾਂਟਿਕ ਓਸ਼ੀਅਨ ਦਾ ਸਾਊਥ, ਇੱਥੇ ਕਿਤੇ ਗੱਲ ਹੋ ਰਹੀ ਹੋਵੇਗੀ, ਠੀਕ ਹੈ ਜੀ। ਤੇ ਦੂਸਰਾ ਸਾਊਥ ਈਸਟ ਪੈਸੀਫਿਕ, ਪੈਸੀਫਿਕ ਓਸ਼ੀਅਨ ਦਾ ਸਾਊਥ ਤੇ ਫਿਰ ਈਸਟ ਵਾਲਾ ਏਰੀਆ, ਇੱਥੇ ਇੱਕ ਗੱਲ ਹੋ ਰਹੀ ਆ। ਭਾਵ ਕਹਿਣ ਦਾ ਮਤਲਬ ਇੱਥੇ ਤੇ ਇੱਥੇ ਸਾਈਕਲੋਨ ਨਹੀਂ ਬਣਦੇ। ਦੱਸੋ ਜੀ ਕੀ ਕਾਰਨ ਆ? ਇਹ ਆਂਸਰ ਆ ਜੀ, ਸੀ ਸਰਫੇਸ ਟੈਂਪਰੇਚਰ ਇੱਥੇ ਘੱਟ ਹੁੰਦਾ ਆ, ਜਿਸ ਕਰਕੇ ਦੇਖੋ ਨਾ, ਟੈਂਪਰੇਚਰ ਗੱਭੇ ਘੱਟ ਹੋਣਾ ਚਾਹੀਦਾ, ਜੇ ਇੱਥੇ ਘੱਟ ਹੋਏਗਾ ਤਾਂ ਹੀ ਆਸੇ ਪਾਸੇ ਵੱਲੋਂ ਹਵਾਵਾਂ ਇੱਥੇ ਆਉਣਗੀਆਂ, ਠੀਕ ਹੈ ਨਾ। ਇੱਥੋਂ ਦਾ ਜਿਹੜਾ ਹੈ ਏਅਰ, ਉਹ ਕੀ ਆ, ਗਰਮ ਹੋ ਕੇ ਉੱਪਰ ਚਲ ਜਾਏਗੀ, ਠੀਕ, ਤਾਂ ਇਹਦਾ ਸਥਾਨ ਲੈਣ ਲਈ ਇੱਧਰੋਂ ਏਅਰ ਆਏਗੀ, ਠੀਕ, ਤੇ ਇੱਥੇ ਵੀ ਕੀ ਬਣਨਗੇ, ਸਾਈਕਲੋਨ ਬਣਨਗੇ। ਪਰ ਇੱਥੇ ਕੀ ਆ, ਸੀ ਸਰਫੇਸ ਟੈਂਪਰੇਚਰ ਘੱਟ ਹੁੰਦਾ ਆ, ਇਸ ਕਰਕੇ ਨੈਸੈਸਰੀ ਕੰਡੀਸ਼ਨ ਹੀ ਨਹੀਂ ਬਣ ਪਾਉਂਦੀ ਸਾਈਕਲੋਨ ਦੇ ਨਿਰਮਾਣ ਵਾਲੀ। ਥੋੜਾ ਪੜ੍ਹ ਲਈਏ। One of the main factors that is responsible for origin of tropical cyclones include large sea surface। ਦੇਖੋ, tropical cyclone generally ਸਮੁੰਦਰ ਉੱਤੇ ਬਣਦੇ ਆ, ਉਹ ਵੀ ਸਮੁੰਦਰ ਉੱਦਾਂ ਦਾ ਵੀ, ਉਹ ਸਮੁੰਦਰ ਜਿਹਦਾ ਸਰਫੇਸ ਜ਼ਿਆਦਾ ਹੋਵੇ, ਜਿਹਦਾ ਸਰਫੇਸ ਜ਼ਿਆਦਾ ਹੋਵੇ, ਕਿਉਂਕਿ ਥੱਲੇ ਉਹਨਾਂ ਨੂੰ ਵਾਟਰ ਵੇਪਰ ਚਾਹੀਦੇ ਆ, ਉਹਨਾਂ ਨੂੰ ਹੀਟ ਮਿਲਦੀ ਆ, ਤੇ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ, ਜ਼ਿਆਦਾ ਗਰਮ ਹੋਣਾ ਚਾਹੀਦਾ ਸਮੁੰਦਰ ਦਾ ਟੈਂਪਰੇਚਰ, 27 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਣਾ ਚਾਹੀਦਾ। ਹੁਣ ਜਿੱਥੇ ਟੈਂਪਰੇਚਰ ਹੀ ਬਹੁਤ ਘੱਟ ਆ, ਉੱਥੇ ਫਿਰ ਸਾਈਕਲੋਨ ਨਹੀਂ ਬਣਨੇ। ਬਟ ਇਨ ਦਾ ਸਾਊਥ ਅਟਲਾਂਟਿਕ ਤੇ ਸਾਊਥ ਈਸਟਰਨ ਪੈਸੀਫਿਕ ਰੀਜਨ ਵਿੱਚ ਕੀ ਹੁੰਦਾ, ਸੀ ਸਰਫੇਸ ਟੈਂਪਰੇਚਰਸ ਆਰ ਨਾਟ ਅਨਫ ਟੂ ਫਾਰਮ ਟ੍ਰੋਪੀਕਲ ਸਾਈਕਲੋਨਸ, ਠੀਕ ਹੈ, ਡਿਊ ਟੂ ਇਟਸ ਟੈਂਡੈਂਸੀ ਟੂ ਰਿਮੇਨ ਰਿਲੇਟਿਵਲੀ ਕੂਲਰ। ਇਹ ਕੀ ਆ, ਥੋੜਾ ਠੰਡਾ ਰਹਿੰਦਾ।
and this dominates over other factors and prevent any cyclone origination in the region। ਇਸ ਕਰਕੇ ਸਾਈਕਲੋਨ ਨਹੀਂ ਬਣ ਪਾਉਂਦੇ। ਟੈਂਪਰੇਚਰ ਇੱਥੇ ਸਮੁੰਦਰ ਦਾ ਘੱਟ ਰਹਿੰਦਾ ਜੀ। ਅੱਗੇ ਦੇਖੋ, what explains the eastward flow of the equatorial counter current। ਆ ਦੇਖੋ, ਆ ਤੁਹਾਡਾ ਹੈਗੀ ਅਰਥ, ਠੀਕ ਹੈ ਜੀ, ਆ ਹੈਗੀ ਇਕੁਏਟਰ। ਅੱਛਾ, ਹੁਣ ਇੱਥੇ 30 ਡਿਗਰੀ ਲਾ ਲਓ ਐ ਨੂੰ, 30 ਡਿਗਰੀ ਲਾ ਲਓ ਐ ਨੂੰ। ਹੁਣ ਸਾਨੂੰ ਪਤਾ ਕਿ ਆ ਜਿਹੜੀ ਇਕੁਏਟਰ ਆ, ਇਸ ਇਕੁਏਟਰ 'ਤੇ ਜਦੋਂ ਸੂਰਜ ਦੀ ਕਿਰਨਾਂ ਪਈਆਂ ਅਤੇ ਹਵਾ ਗਰਮ ਹੋ ਕੇ ਉੱਪਰ ਚਲ ਗਈ ਤਾਂ ਉਹਦੀ ਥਾਂ 'ਤੇ ਆਸੇ ਪਾਸੇ ਹਵਾਵਾਂ ਆਈਆਂ ਤਾਂ ਇਸ ਤਰ੍ਹਾਂ ਇੱਥੇ ਕਰੰਟ ਪੈਦਾ ਹੁੰਦਾ ਜੀ। ਕਰੰਟ ਮਤਲਬ ਇਸ ਤਰ੍ਹਾਂ ਲਹਿਰਾਂ ਚੱਲਦੀਆਂ ਜੀ। ਹਵਾ ਜਦੋਂ ਵਗਦੀ ਹੈ ਤਾਂ ਹਵਾ ਆਪਣੇ ਨਾਲ ਪਾਣੀ ਵੀ ਵਗਾ ਕੇ ਲੈ ਕੇ ਜਾਂਦੀ ਆ, ਠੀਕ। ਅਤੇ ਇੱਧਰ ਨੂੰ ਕੀ ਆ, ਇੱਧਰ ਨੂੰ ਕੀ ਆ, ਲਹਿਰਾਂ ਚੱਲਦੀਆਂ ਆ, ਠੀਕ ਹੈ ਜੀ। ਹੁਣ ਜਿਹੜਾ ਦੁਬਾਰਾ ਦੇਖ ਲਈਏ, ਮੰਨ ਲਓ ਆਹ ਧਰਤੀ ਆ, ਇੱਥੇ ਹੈਗਾ ਮੰਨ ਲਓ ਅਮਰੀਕਾ, ਇੱਥੇ ਹੈਗਾ ਤੁਹਾਡਾ ਅਫਰੀਕਾ। ਹੁਣ ਜਦੋਂ ਇੱਥੋਂ ਇੱਧਰ ਨੂੰ ਗਈ ਲਹਿਰਾਂ, ਇੱਧਰ ਨੂੰ ਗਈਆਂ, ਠੀਕ ਹੈ ਜੀ, ਨੌਰਥ ਵਾਲੇ ਪਾਸੇ ਤੋਂ ਵੀ ਸਾਊਥ ਵਾਲੇ ਪਾਸੇ ਤੋਂ ਵੀ, ਤਾਂ ਇਸ ਏਰੀਏ 'ਤੇ ਜਾ ਕੇ ਜਿਹੜੀਆਂ ਲਹਿਰਾਂ ਆ ਉਹ ਕੀ ਆ, ਪਾਣੀ ਇਕੱਠਾ ਕਰ ਦਿੰਦੀਆਂ। ਜਦੋਂ ਪਾਣੀ ਇਕੱਠਾ ਕਰਤਾ ਤਾਂ ਇੱਥੇ ਉਚਾਈ ਹੋ ਗਈ, ਤਾਂ ਇਸ ਉਚਾਈ ਤੋਂ ਫਿਰ ਦੂਜੇ ਪਾਸੇ ਨੂੰ ਇਹਨਾਂ ਦੇ ਵਿਚਕਾਰ ਕਰੰਟ ਮੂਵ ਕਰਦਾ ਜੀ, ਇਹਦੇ ਵਿਚਕਾਰ, ਠੀਕ। ਕਿੱਧਰ ਨੂੰ, ਈਸਟ ਵਾਲੇ ਪਾਸੇ ਨੂੰ। ਦੇਖੋ, ਆ ਗਿਆ ਵੈਸਟ ਵਾਲੇ ਪਾਸੇ ਨੂੰ, ਆ ਆਇਆ ਵੈਸਟ ਵਾਲੇ ਪਾਸੇ ਨੂੰ ਈਸਟ ਤੋਂ। ਇੱਥੇ ਆ ਕੇ ਜਦੋਂ ਇਹ ਪਾਣੀ ਜਮ੍ਹਾਂ ਹੋ ਗਿਆ ਅਤੇ ਉਚਾਈ ਹੋ ਗਈ ਤਾਂ ਫਿਰ ਇੱਥੋਂ ਪਿੱਛੇ ਨੂੰ ਗਿਆ ਪਾਣੀ ਜੀ ਈਸਟ ਵਾਲੇ ਪਾਸੇ ਨੂੰ। ਇਹਨੂੰ ਕਹਿੰਦੇ ਜੀ ਇਕੁਟੋਰੀਅਲ ਕਾਊਂਟਰ ਕਰੰਟ, ਇਕੁਏਟਰ 'ਤੇ ਵਗਦਾ ਹੋਇਆ ਕਾਊਂਟਰ ਕਰੰਟ, ਠੀਕ ਹੈ ਜੀ। ਹੁਣ ਕਹਿੰਦਾ ਕਿ ਇਹ ਈਸਟ ਵੱਲ ਨੂੰ ਕਿਉਂ ਫਲੋ ਕਰਦਾ, ਅਸੀਂ ਪੜ੍ਹ ਲਿਆ, ਕਿਉਂਕਿ ਦੋ ਇਕੁਟੋਰੀਅਲ ਕਰੰਟ ਆਏ, ਇੱਥੇ ਕੀ ਆ, ਕਨਵਰਜ ਹੋ ਗਏ, ਤਾਂ ਕਨਵਰਜ ਹੋ ਕੇ ਪਾਣੀ ਜ਼ਿਆਦਾ ਹੋ ਗਿਆ, ਉੱਚਾ ਹੋ ਗਿਆ, ਤਾਂ ਫਿਰ ਉੱਥੋਂ ਫਿਰ ਇਹ ਈਸਟ ਵੱਲ ਨੂੰ ਫਲੋ ਕਰਨ ਲੱਗ ਗਿਆ, ਠੀਕ ਹੈ ਜੀ। ਆਨਸਰ ਹੋ ਗਿਆ ਬੀ। Which of the following is a tributary ਜਾਂ tributaries of ਬ੍ਰਹਮਪੁੱਤਰਾ। ਦੱਸੋ ਜੀ। ਬ੍ਰਹਮਪੁੱਤਰ ਦੀ ਸਹਾਇਕ ਨਦੀਆਂ ਅਜਿਹੀਆਂ ਨਦੀਆਂ ਜਿਹੜੀਆਂ ਬ੍ਰਹਮਪੁੱਤਰ ਵਿੱਚ ਆ ਕੇ ਮਿਲ ਜਾਂਦੀਆਂ। ਇਹਨਾਂ ਵਿੱਚੋਂ ਕਿਹੜੀ ਕਿਹੜੀ ਹੈ ਜੀ, ਦਿਬਾਂਗ, ਕਾਮੇਂਗ ਜਾਂ ਲੋਹਿਤ। ਕਰੈਕਟ ਆਨਸਰ ਚੱਕਣਾ ਜੀ, ਇਹ ਤਿੰਨੋਂ ਦੇ ਤਿੰਨੋਂ ਸਹੀ ਹੈ ਜੀ। ਇਹ ਤਿੰਨੋਂ ਨਦੀਆਂ ਬ੍ਰਹਮਪੁੱਤਰ ਨੂੰ ਮਿਲਦੀਆਂ। ਕਰੈਕਟ ਆਨਸਰ ਹੈ ਜੀ ਡੀ। ਬ੍ਰਹਮਪੁੱਤਰ ਆਪਣੇ ਮੂਲ ਸਰੋਤ ਤਿੱਬਤ ਤੋਂ ਚੱਲ ਕੇ ਚਲਦੇ ਫਿਰ ਅਰੁਣਾਚਲ ਪ੍ਰਦੇਸ਼ ਵਿੱਚ ਜਾ ਕੇ ਭਾਰਤ ਵਿੱਚ ਦਾਖਲ ਹੁੰਦੀ ਹੈ ਜੀ ਨਦੀ, ਅਤੇ ਅਸਾਮ ਘਾਟੀ ਦੇ ਬਿਲਕੁਲ ਸਿਰੇ 'ਤੇ ਦਿਬਾਂਗ ਨਦੀ ਅਤੇ ਲੋਹਿਤ ਨਦੀ ਇਹਨਾਂ ਵਿੱਚ ਜੁੜ ਜਾਂਦੀ ਹੈ ਜੀ। ਦਿਬਾਂਗ ਅਤੇ ਲੋਹਿਤ ਮਿਲ ਗਈ ਜੀ। ਇਹ ਸੋਨਿਤਪੁਰ ਵਿੱਚ ਕਾਮੇਂਗ ਨਦੀ, ਜਿਸ ਨੂੰ ਜੀਆ ਭੋਰੈਲੀ ਵੀ ਕਹਿੰਦੇ ਆ, ਉਸ ਨਾਲ ਜੁੜ ਜਾਂਦੀ ਜੀ। ਉਹ ਨਦੀ ਵੀ ਇਸ ਵਿੱਚ ਆ ਕੇ ਮਿਲ ਗਈ, ਠੀਕ ਹੈ। ਬ੍ਰਹਮਪੁੱਤਰ ਦੀਆਂ ਮੁੱਖ ਖੱਬੇ ਕੰਢੇ ਦੀਆਂ ਖੱਬੇ ਪਾਸਿਓਂ ਜਿਹੜੀਆਂ ਸਹਾਇਕ ਨਦੀਆਂ ਮਿਲਦੀਆਂ ਜੀ, ਉਹ ਹੈ ਜੀ ਦਿਬਾਂਗ, ਜਿਹਨੂੰ ਸ਼ਿਕਾਂਗ ਵੀ ਕਹਿੰਦੇ ਆ, ਸ਼ੇਖਾਂਗ, ਅਤੇ ਲੋਹਿਤ। ਐਂਡ ਰਾਈਟ ਬੈਂਕ ਟ੍ਰਿਬਿਊਟਰੀ ਜਿਹੜੀਆਂ ਸੱਜੇ ਪਾਸਿਓਂ ਮਿਲਦੀਆਂ ਜੀ, ਉਹ ਹੈ ਜੀ ਸੁਬਨਸਿਰੀ, ਕਾਮੇਂਗ, ਮਾਨਸ ਅਤੇ ਸੰਕੋਸ਼। ਕਹਿਣ ਦਾ ਭਾਵ ਆਹ ਨਦੀਆਂ ਬ੍ਰਹਮਪੁੱਤਰ ਵਿੱਚ ਮਿਲਦੀਆਂ ਆ। ਅੱਗੇ ਦੇਖੋ ਜੀ, ਵਿਦ ਰੈਫਰੈਂਸ ਟੂ ਇੰਡੀਅਨ ਓਸ਼ਨ ਡਾਈਪੋਲ। ਇੰਡੀਅਨ ਓਸ਼ਨ ਡਾਈਪੋਲ ਦੀ ਗੱਲ ਹੋ ਰਹੀ ਆ। ਇੱਥੇ ਹੈ ਨਹੀਂ ਜੀ ਬਥਿਆ, ਥੋੜ੍ਹਾ ਜਿਹਾ ਨਾ ਆਪਾਂ ਇੱਥੇ ਦੇਖ ਲਈਏ। ਆਹ ਸਾਡਾ ਇੰਡੀਆ ਆ, ਇੰਡੀਆ। ਆਹ ਹੈ ਜੀ ਅਰਬ ਸਾਗਰ, ਠੀਕ ਹੈ ਜੀ। ਆਹ ਹੈ ਜੀ ਬੇ ਆਫ ਬੰਗਾਲ, ਠੀਕ ਹੈ ਜੀ, ਬੇ ਆਫ ਬੰਗਾਲ। ਹੁਣ ਕਈ ਵਾਰ ਇੱਦਾਂ ਹੁੰਦਾ ਆ ਕਿ ਆਹ ਵਾਲੇ ਹਿੱਸੇ ਦਾ ਟੈਂਪਰੇਚਰ ਅਤੇ ਆਹ ਵਾਲੇ ਹਿੱਸੇ ਦਾ ਟੈਂਪਰੇਚਰ ਅਲੱਗ ਅਲੱਗ ਹੋ ਜਾਂਦਾ। ਜੇ ਤਾਂ ਹੋਵੇ ਇੱਥੇ ਟੈਂਪਰੇਚਰ ਜ਼ਿਆਦਾ, ਇੱਥੇ ਹੋਵੇ ਘੱਟ, ਠੀਕ ਹੈ, ਤਾਂ ਇੱਥੋਂ ਐ ਨੂੰ ਮੂਵ ਹੁੰਦਾ ਜੀ ਪਾਣੀ, ਠੀਕ। ਤਾਂ ਜੇ ਹੁਣ ਮੰਨ ਲਓ ਇੱਥੋਂ ਐ ਨੂੰ ਮੂਵ ਹੋਏਗਾ, ਇਹਦਾ ਭਾਵ ਵੀ ਜਿਹੜਾ ਸਾਊਥ ਵੈਸਟ ਮਾਨਸੂਨ ਆ ਉਹ ਵੀ ਸਟਰੋਂਗ ਹੋ ਜਾਏਗਾ। ਹੁਣ ਜੇ ਬਾਈ ਚਾਂਸ, ਇਹਨੂੰ ਕਹਿੰਦੇ ਪੋਜ਼ੀਟਿਵ ਡਾਈਪੋਲ, ਬਾਈ ਚਾਂਸ ਇਹ ਟੈਂਪਰੇਚਰ ਹੋਵੇ ਜ਼ਿਆਦਾ, ਇੱਥੇ ਟੈਂਪਰੇਚਰ ਹੋਵੇ ਘੱਟ, ਇੱਥੇ ਹੋਵੇ ਜ਼ਿਆਦਾ, ਤਾਂ ਫਿਰ ਪਾਣੀ ਐ ਨੂੰ ਮੂਵ ਕਰਨ ਲੱਗ ਜਾਂਦਾ, ਹੈ ਨਾ। ਨਾਲ ਏਅਰ ਦੀ ਗੱਲ ਵੀ ਕਰ ਲਓ, ਹੈ ਨਾ, ਏਅਰ ਵੀ। ਤਾਂ ਤੁਸੀਂ ਬਹੁਤਾ ਡੀਪ ਨਹੀਂ ਜਾਣਾ, ਬੇਸਿਕਲੀ ਇਹ ਕਹਿਣਾ ਕਿ ਹਾਂ ਵੀ ਸਾਡੇ ਜਿਹੜਾ ਇੰਡੀਅਨ ਓਸ਼ੀਅਨ ਆ, ਉਹਦੇ ਜਿਹੜੇ ਦੋ ਪਾਸੇ ਆ, ਉਹਨਾਂ ਵਿੱਚ ਟੈਂਪਰੇਚਰ ਡਿਫਰੈਂਸ ਹੁੰਦਾ। ਤਾਂ ਇਸ ਟੈਂਪਰੇਚਰ ਡਿਫਰੈਂਸ ਕਰਕੇ ਜਿਹੜੀਆਂ ਲਹਿਰਾਂ ਆ, ਉਹ ਜਿਹੜੀਆਂ ਹਵਾਵਾਂ ਆ, ਉਹਦੇ ਉੱਤੇ ਵੀ ਫਰਕ ਪੈਂਦਾ। ਤਾਂ ਇਹਦੇ ਨਾਲ ਕੀ ਹੁੰਦਾ, ਫਿਰ ਸਾਡੇ ਮਾਨਸੂਨ ਦੇ ਉੱਤੇ ਵੀ ਫਰਕ ਪੈਂਦਾ। ਇਹ ਗੱਲ ਆ ਜੀ।
ਅੱਛਾ, ਸਾਡੇ ਮਾਨਸੂਨ ਦੇ ਉੱਤੇ ਫਰਕ ਪੈਂਦਾ ਤੇ ਫਿਰ ਥੱਲੇ ਇੱਥੇ ਆਸਟ੍ਰੇਲੀਆ ਦੇ ਮਾਨਸੂਨ ਤੇ ਵੀ ਫਰਕ ਪੈਂਦਾ ਆ। ਥੋੜਾ ਪੜ੍ਹ ਲੈਂਦੇ ਆ ਫਿਰ ਕੀ ਪੁੱਛਿਆ ਜੀ। ਕਰੈਕਟ ਆਪਾਂ ਸਟੇਟਮੈਂਟ ਚੱਕਣੀ ਆ। ਕਹਿੰਦਾ ਇੰਡੀਅਨ ਓਸ਼ਨ ਡਾਇਪੋਲ ਫਿਨੋਮੀਨਾ is characterized by a difference in sea surface temperature between tropical western Indian Ocean and tropical eastern Pacific Ocean। ਆ ਦੇਖੋ ਐਗਜ਼ਾਮੀਨਰ ਖੇਲ ਗਿਆ। ਇਹ ਪੈਸੀਫਿਕ ਓਸ਼ਨ ਦੀ ਗੱਲ ਨਹੀਂ ਹੋ ਰਹੀ, ਇਹ ਇੰਡੀਅਨ ਓਸ਼ਨ ਦੇ ਈਸਟਰਨ ਤੇ ਵੈਸਟਰਨ ਸਾਈਡ ਦੀ ਗੱਲ ਹੋ ਰਹੀ ਆ। ਇੱਥੇ ਪੈਸੀਫਿਕ ਸ਼ਬਦ ਯੂਜ਼ ਕਰਕੇ ਐਗਜ਼ਾਮੀਨਰ ਨੇ ਸਾਨੂੰ ਕਨਫਿਊਜ਼ ਕਰਤਾ। ਆਪਾਂ ਛੇਤੀ ਛੇਤੀ ਪੜ੍ਹ ਲੈਣਾ ਸੀਗਾ ਵੈਸਟਰਨ ਇੰਡੀਅਨ ਓਸ਼ਨ ਐਂਡ ਈਸਟਰਨ ਵਾਲਾ, ਨਾ ਇੱਥੇ ਇੰਡੀਅਨ ਨਹੀਂ ਪੁੱਛਿਆ, ਇੱਥੇ ਪੈਸੀਫਿਕ ਲਿਖਿਆ ਆ, ਇਸ ਕਰਕੇ ਇਹ ਪੁਆਇੰਟ ਹੋ ਗਿਆ ਗਲਤ। An Indian Ocean dipole phenomena can influence an El Niño's impact on the monsoon। ਸਹੀ ਗੱਲ ਆ ਜੀ, ਅਲ ਨੀਨੋ ਵੀ ਉਧਰੋਂ ਹੀ ਆਉਂਦਾ ਆ। ਹੁਣ ਜੀ ਸਾਡੇ ਇੱਥੇ ਇੰਡੀਅਨ ਓਸ਼ਨ ਡਾਇਪੋਲ ਇਸ ਵਾਲੀ ਡਾਇਰੈਕਸ਼ਨ ਨੂੰ ਫੇਵਰ ਕਰੇ, ਠੀਕ, ਤੇ ਇਹ ਫਿਰ ਅਲ ਨੀਨੋ ਨੂੰ ਵੀ ਇੰਪੈਕਟ ਕਰਦਾ, ਕਿਉਂਕਿ ਮਾਨਸੂਨ ਨੂੰ ਇੰਪੈਕਟ ਕਰ ਰਿਹਾ ਜੀ, ਅਲ ਨੀਨੋ ਨੂੰ ਵੀ ਇੰਪੈਕਟ ਕਰਦਾ। ਠੀਕ ਹੈ ਜੀ, ਦੂਸਰਾ ਹੋ ਗਿਆ ਸਹੀ। ਆਂਸਰ ਕੀ ਹੋ ਗਿਆ ਜੀ? ਬੀ। ਠੀਕ ਹੈ ਜੀ, ਆਹ ਤੁਸੀਂ ਪੜ੍ਹ ਲਿਓ ਜੀ, ਅਸੀਂ ਆਹ ਗੱਲ ਹੁਣੀ ਡਿਸਕਸ ਕੀਤੀ ਹੈ। ਕਿਉਂਕਿ ਇਹ ਲਹਿਰਾਂ ਕਰਕੇ ਮਾਨਸੂਨ ਪ੍ਰਭਾਵਿਤ ਹੁੰਦਾ ਤੇ ਅਲ ਨੀਨੋ ਵੀ ਮਾਨਸੂਨ ਨੂੰ ਪ੍ਰਭਾਵਿਤ ਕਰਦਾ ਤੇ ਅਲ ਨੀਨੋ ਵੀ ਇਸੇ ਏਰੀਏ ਦੀਆਂ ਲਹਿਰਾਂ ਜਿਹੀਆਂ ਹੁੰਦੀਆਂ ਆ ਤੇ ਇਹਦਾ ਭਾਵ ਇੰਡੀਅਨ ਓਸ਼ਨ ਡਾਇਪੋਲ ਵੀ ਅਲ ਨੀਨੋ ਨੂੰ ਪ੍ਰਭਾਵਿਤ ਕਰਦਾ ਹੈ ਜੀ। ਠੀਕ ਹੈ ਜੀ, ਅੱਗੇ ਦੇਖੋ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕੁਝ ਸਟੇਟਮੈਂਟਾਂ ਦੱਸੀਆਂ ਜੀ। The Barren Island volcano is an active volcano located in the Indian territory। ਭਾਰਤੀ ਸਰਹੱਦ ਵਿੱਚ ਜੇ ਕੋਈ ਐਕਟਿਵ ਵੋਲਕੈਨੋ ਹੈ ਤਾਂ ਉਹ ਬੇਸਿਕਲੀ ਬੈਰਨ ਆਈਲੈਂਡ ਵੋਲਕੈਨੋ ਹੀ ਹੈ। ਠੀਕ ਹੈ ਜੀ, ਇਹ ਸਹੀ ਹੋ ਗਿਆ, ਪਹਿਲਾ ਸਹੀ ਹੈ ਜੀ। ਬੈਰਨ ਆਈਲੈਂਡ ਲਾਈਜ਼ ਅਬਾਊਟ 140 ਕਿਲੋਮੀਟਰ ਈਸਟ ਆਫ ਗ੍ਰੇਟ ਨਿਕੋਬਾਰ। ਸਾਨੂੰ ਹੁਣ ਐਗਜ਼ੈਕਟ ਸਿਚੁਏਸ਼ਨ ਨਹੀਂ ਪਤਾ, ਇਹਨੂੰ 2 ਮਿੰਟ ਲਈ ਸ਼ੱਕ ਦੇ ਘੇਰੇ ਵਿੱਚ ਰੱਖੋ। The last time the Barren Island volcano erupted was in 1991 and it has remained inactive since then। ਨਹੀਂ ਜੀ, ਉਸ ਤੋਂ ਬਾਅਦ ਵੀ ਇਹ ਐਕਟਿਵ ਹੋਇਆ ਸੀ, ਉਸ ਤੋਂ ਬਾਅਦ ਵੀ 1991 ਤੋਂ ਬਾਅਦ ਵੀ ਐਕਟਿਵ ਹੋਇਆ ਸੀ ਇਹ ਵੋਲਕੈਨੋ, ਇਸ ਕਰਕੇ ਇਹ ਸਟੇਟਮੈਂਟ ਹੋ ਗਈ ਗਲਤ। ਕਰੈਕਟ ਚੱਕਣੀ ਆਪਾਂ, ਤੀਜਾ ਚੱਕ ਦੋ, ਤੀਜਾ ਚੱਕ ਦੋ, ਤੀਜਾ ਚੱਕ ਦੋ, ਆਪਣੇ ਆਪ ਆਂਸਰ ਆ ਗਿਆ ਜੀ ਏ, ਵਨ ਓਨਲੀ। ਆਹ ਵੀ ਸਟੇਟਮੈਂਟ ਗਲਤ ਹੋ ਗਈ। ਠੀਕ ਹੈ ਜੀ, ਬੇਰਨ ਆਈਲੈਂਡ ਵੋਲਕੈਨੋ ਇਹ ਐਕਟਿਵ ਹੋਇਆ ਸੀ ਪਹਿਲਾਂ 1991 ਵਿੱਚ, ਫਿਰ ਦੁਬਾਰਾ ਐਕਟਿਵ ਹੋਇਆ ਸੀ ਜੀ 1995 ਵਿੱਚ। ਵਿਦ ਰੈਫਰੈਂਸ ਟੂ ਐਗਰੀਕਲਚਰ ਸੋਇਲ, ਖੇਤੀਬਾੜੀ ਵਾਲੀ ਮਿੱਟੀ ਦੀ ਗੱਲ ਹੋ ਰਹੀ ਆ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕੁਝ ਸਟੇਟਮੈਂਟਾਂ ਦਿੱਤੀਆਂ, ਆਪਾਂ ਕਰੈਕਟ ਚੱਕਣੀਆਂ। A high content of organic matter in soil drastically reduces its water holding capacity। ਨਹੀਂ ਜੀ, ਜਦੋਂ ਸੋਇਲ ਵਿੱਚ ਆਰਗੈਨਿਕ ਮੈਟਰ ਅਸੀਂ ਐਡ ਕਰ ਦਿੰਦੇ ਹਾਂ ਤਾਂ ਉਹਦੀ ਵਾਟਰ ਹੋਲਡਿੰਗ ਕੈਪੈਸਿਟੀ ਵੀ ਇਨਕਰੀਜ਼ ਹੋ ਜਾਂਦੀ ਆ। ਇਹਨਾਂ ਨੇ ਕਿਹਾ ਡਿਕਰੀਜ਼ ਹੋ ਜਾਂਦੀ, ਨਹੀਂ ਜੀ, ਇਹ ਗਲਤ ਕਰ ਦਿਓ। ਪਹਿਲਾ ਚੱਕ ਦਿਓ, ਚੱਕਤਾ ਜੀ, ਆਂਸਰ ਆਪਣੇ ਆਪ ਆ ਗਿਆ ਜੀ 3 ਓਨਲੀ, 3 ਓਨਲੀ। ਇਰੀਗੇਸ਼ਨ ਓਵਰ ਏ ਪੀਰੀਅਡ ਆਫ ਟਾਈਮ ਕੈਨ ਕੰਟਰੀਬਿਊਟ ਟੂ ਦਾ ਸਲਾਈਨੇਸ਼ਨ ਆਫ ਸਮ ਐਗਰੀਕਲਚਰਲ ਲੈਂਡਸ। ਇਹ ਗੱਲ ਸਹੀ ਆ। ਆਪਾਂ ਕਿਸੇ ਲੈਂਡ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਇਰੀਗੇਸ਼ਨ ਕਰ ਦਈਏ ਤਾਂ ਉੱਥੇ ਕੀ ਹੁੰਦਾ, ਫਿਰ ਕੈਪਿਲਰੀ ਐਕਸ਼ਨ ਹੋ ਜਾਂਦਾ। ਕੈਪਿਲਰੀ ਐਕਸ਼ਨ ਨਾਲ ਥੱਲੇ ਵਾਲਾ ਪਾਣੀ ਉੱਤੇ ਆਉਂਦਾ ਰਹਿੰਦਾ ਤੇ ਥੱਲੇ ਵਾਲੇ ਸਾਲਟ ਵੀ ਨਾਲ ਉੱਤੇ ਆ ਜਾਂਦੇ ਆ, ਤਾਂ ਉਸ ਜ਼ਮੀਨ ਵਿੱਚ ਕਾਫੀ ਲਵਣ ਵਗੈਰਾ ਘੁਲ ਜਾਂਦੇ ਆ। ਇਹ ਗੱਲ ਹੋ ਰਹੀ ਹੈ ਜੀ, ਇਹ ਸਾਡੇ ਜਿਹੜਾ ਨਾਰਥਨ ਰਾਜਸਥਾਨ ਆ, ਗੰਗਾਨਗਰ, ਹਨੂਮਾਨਗੜ੍ਹ ਡਿਸਟ੍ਰਿਕਟ ਵਗੈਰਾ ਵਿੱਚ, ਜਿੱਥੇ ਇੰਦਰਾ ਗਾਂਧੀ ਕੈਨਾਲ ਦੁਆਰਾ ਅਸੀਂ ਇਰੀਗੇਸ਼ਨ ਕਾਫੀ ਕਰਤੀ ਆ, ਉੱਥੇ ਇਸ ਕਰਕੇ ਇਸ ਇਰੀਗੇਸ਼ਨ ਜ਼ਿਆਦਾ ਇਰੀਗੇਸ਼ਨ ਹੋਣ ਕਰਕੇ ਕੀ ਆ, ਕਾਫੀ ਲਵਣ ਵਗੈਰਾ ਸਲਾਈਨ ਘੁਲ ਗਏ ਆ ਜੀ, ਕਿੱਥੇ, ਜ਼ਮੀਨ ਵਿੱਚ। ਇਹ ਪੁਆਇੰਟ ਸਹੀ ਆ। ਸੋਇਲ ਡਜ਼ ਨੋਟ ਪਲੇ ਐਨੀ ਰੋਲ ਇਨ ਦਾ ਸਲਫਰ ਸਾਈਕਲ। ਨਹੀਂ ਜੀ, ਸਲਫਰ ਸਾਈਕਲ ਵਿੱਚ ਸੋਇਲ ਦਾ ਆਪਣਾ ਰੋਲ ਹੈਗਾ ਆ। ਤੁਸੀਂ ਸਲਫਰ ਸਾਈਕਲ ਪੜ੍ਹਿਆ ਹੋਏਗਾ ਤਾਂ ਦੇਖੋ, ਸਲਫਰ ਸਾਈਕਲ ਤਾਂ ਹੈ ਹੀ ਤੁਹਾਡਾ ਰੌਕ ਵਾਲਾ ਸਾਈਕਲ, ਠੀਕ ਹੈ ਨਾ, SO2, ਠੀਕ ਹੈ ਜੀ, ਫਿਰ ਧਰਤੀ ਥਰੂ ਹੁੰਦਾ ਹੋਇਆ, ਸੋਇਲ ਥਰੂ ਹੁੰਦਾ ਹੋਇਆ, ਪਹਾੜਾਂ ਥਰੂ ਹੁੰਦਾ ਹੋਇਆ, ਇਸ ਤਰ੍ਹਾਂ ਸਾਈਕਲ ਚੱਲਦਾ ਜੀ ਇਹਦਾ, ਠੀਕ ਹੈ ਨਾ। ਸੋਇਲ ਦਾ ਰੋਲ ਹੈਗਾ ਆ। ਆਂਸਰ ਹੋ ਗਿਆ ਜੀ ਬੀ। ਠੀਕ ਹੈ ਜੀ, 3 ਓਨਲੀ ਕਰੈਕਟ ਆ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।